Good morning, students. Today, our topic of discussion is Weissaper theory and valence bond theory. So, what is Weissaper theory? It is basically valence shell electron pair repulsion theory. The main postulates of the Weissaper theory: the shape of the molecule depends upon the number of valence shell electron pairs around the central atom. ਇਸ ਚੀਜ਼ ਦਾ ਮਤਲਬ ਹੈ ਬੇਟਾ, ਫॉर एग्जांपल ਅਸੀਂ ਕਹਿ ਰਹੇ ਹਾਂ CH4, ਤਾਂ ਉਸ ਵਿੱਚ ਸੈਂਟਰਲ ਐਟਮ ਕੌਣ ਹੈ? ਕਾਰਬਨ, ਦੈਟ ਇਜ਼ C। ਤਾਂ ਜੋ ਸ਼ੇਪ ਹੈ ਉਸ ਮੋਲੀਕਿਊਲ ਦੀ ਉਹ ਡਿਪੈਂਡ ਕਰੇਗੀ ਕਿ ਕਾਰਬਨ ਦੀ ਵੈਲੈਂਸ ਦੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ। ਠੀਕ ਹੈ, ਉਸ ਤੋਂ ਬਾਅਦ ਪੇਅਰਸ ਆਫ ਇਲੈਕਟ੍ਰੋਨ ਇਨ ਦਾ ਵੈਲੈਂਸ ਸ਼ੈਲ ਰਿਪੈਲ ਵਨ ਅਨਦਰ ਸਿੰਸ देयर ਇਲੈਕਟ੍ਰੋਨ ਕਲਾਉਡਸ ਆਰ ਨੈਗੇਟਿਵਲੀ ਚਾਰਜਡ। ਹੁਣ ਜਿਹੜੇ ਇਲੈਕਟ੍ਰੋਨਸ ਹੁੰਦੇ ਨੇ ਬੇਟੇ, ਉਹਨਾਂ ਤੇ ਕਿਹੜਾ ਸਾਈਨ ਹੁੰਦਾ ਹੈ? ਨੈਗੇਟਿਵ। ਤੇ ਆਪਾਂ ਨੂੰ ਪਤਾ ਹੈ ਕਿ ਲਾਈਕ ਚਾਰजेस ਆਲਵੇਜ਼ ਰਿਪੈਲ ਈਚ ਅਦਰ, ਤਾਂ ਇਸ ਕਰਕੇ ਵੈਲੈਂਸ ਸ਼ੈਲ ਦੇ ਵਿੱਚ ਜਿੰਨੇ ਵੀ ਇਲੈਕਟ੍ਰੋਨ ਹੁੰਦੇ ਆ ਬੇਟੇ, ਉਹ ਇੱਕ ਦੂਸਰੇ ਨੂੰ ਰਿਪੈਲ ਕਰਦੇ ਆ। ਔਰ ਇਸ ਰਿਪਲਸ਼ਨਸ ਕਰਕੇ ਹੀ ਜਿਹੜੇ ਇਹ ਇਲੈਕਟ੍ਰੋਨ ਨੇ ਉਹ ਇਦਾਂ ਦੀ ਪੋਜੀਸ਼ਨ ਆਕੂਪਾਈ ਕਰਨਾ ਪਸੰਦ ਕਰਦੇ ਆ ਜਿਨ੍ਹਾਂ ਨਾਲ ਉਹਨਾਂ ਦੀਆਂ ਰਿਪਲਸ਼ਨਸ ਕੀ ਹੋ ਜਾਣ? ਮਿਨੀਮਮ, ਔਰ ਡਿਸਟੈਂਸ ਕੀ ਹੋ ਜੇ? ਮੈਕਸਿਮਮ। ਆਪਾਂ ਕਿਸੇ ਵੀ ਸੈਂਟਰਲ ਐਟਮ ਦੀ ਵੈਲੈਂਸ ਸ਼ੈਲ ਨੂੰ ਇੱਕ ਸਫੀਅਰ ਦੀ ਤਰ੍ਹਾਂ ਲੈਂਦੇ ਆ, ਜਿਸ ਸਫੀਅਰ ਦੇ ਸਰਫੇਸ ਉੱਪਰ ਜੋ ਇਲੈਕਟ੍ਰੋਨ ਪੇਅਰਸ ਨੇ ਉਹ ਇੱਕ ਦੂਸਰੇ ਤੋਂ ਮੈਕਸਿਮਮ ਦੂਰੀ ਤੇ ਪਲੇਸ ਹੁੰਦੇ ਨੇ। ਉਸ ਤੋਂ ਬਾਅਦ ਬੇਟੇ ਜਿਹੜੀ ਇਲੈਕਟ੍ਰੋਨ ਦੇ ਪੇਅਰਸ ਦੇ ਵਿੱਚ ਰਿਪਲਸ਼ਨ ਫੋਰਸਿਸ ਲੱਗਦੀਆਂ ਨੇ, ਉਹਨਾਂ ਦੇ ਵਿੱਚ ਜੋ ਆਰਡਰ ਫੋਲੋ ਹੁੰਦਾ ਹੈ ਦੈਟ ਇਜ਼ ਲੋਨ ਪੇਅਰ ਮੋਰ ਦੈਨ ਲੋਨ ਪੇਅਰ ਬੌਂਡ ਪੇਅਰ, ਵਿਚ ਇਨ ਟਰਨ ਇਜ਼ ਮੋਰ ਦੈਨ ਬੌਂਡ ਪੇਅਰ ਰਿਪਲਸ਼ਨਸ। ਠੀਕ ਹੈ ਬੇਟਾ। ਉਸ ਤੋਂ ਬਾਅਦ if the electron pairs lie far away from each other, the repulsion between them will be less and the energy of the molecule will be low। ਇਹ ਆਪਾਂ ਨੂੰ ਪਤਾ ਬੇਟੇ ਕਿ ਜਿੰਨੀਆਂ ਰਿਪਲਸ਼ਨਸ ਘੱਟ ਹੋਣਗੀਆਂ ਤਾਂ ਮੋਲੀਕਿਊਲ ਸਟੇਬਲ ਹੋਏਗਾ। ਸਟੇਬਲ ਕਿਉਂ ਹੋਏਗਾ? ਬਿਕੋਜ਼ ਉਸ ਦੀ ਜੋ એનર્ਜੀ ਹੈ ਉਸ ਟਾਈਮ ਤੇ ਕੀ ਹੋਏਗੀ? ਮਿਨੀਮਮ। ਉਸ ਤੋਂ ਬਾਅਦ ਬੇਟਾ ਜੋ ਵਸੈਪਰ ਥਿਊਰੀ ਹੈ, ਆਪਾਂ ਚਾਹੇ ਇਸ ਦੇ ਕਾਫੀ ਪੋਸਟੂਲੇਟਸ ਪੜ੍ਹੇ ਆ, ਬਟ ਜੋ ਬੇਸਿਕ ਚੀਜ਼ਾਂ ਆਪਾਂ ਯਾਦ ਰੱਖਣੀਆਂ ਉਹ ਕੀ ਨੇ ਕਿ ਇਲੈਕਟ੍ਰੋਨ ਪੇਅਰਸ ਹਮੇਸ਼ਾ ਇੱਕ ਦੂਸਰੇ ਨੂੰ ਕੀ ਕਰਦੇ ਨੇ? ਰਿਪੈਲ। ਔਰ ਇਹਨਾਂ ਰਿਪਲਸ਼ਨਸ ਕਰਕੇ ਹੀ ਜੋ ਇਲੈਕਟ੍ਰੋਨ ਪੇਅਰ ਹੈ ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਅਰੇਂਜ ਕਰਦੇ ਹੈ ਕਿ ਉਹ ਉਹਨਾਂ ਦੇ ਵਿੱਚ ਰਿਪਲਸ਼ਨ ਜਿਹੜੀਆਂ ਮਿਨੀਮਾਈਜ਼ ਹੋ ਜਾਣ ਤੇ ਉਹਨਾਂ ਦੀ ਸਟੇਬਿਲਿਟੀ ਕੀ ਹੈ? ਮੈਕਸਿਮਮ ਹੋ ਜੇ। ਹੁਣ ਆਪਣੇ ਕੋਲ ਇੱਕ ਮੋਲੀਕਿਊਲ ਹੈ ਬੇਟਾ CH4। ਅਗਰ ਅਸੀਂ ਲੂਇਸ ਡਾਟ ਸਟਰਕਚਰ ਦੀ ਗੱਲ ਕਰੀਏ ਤਾਂ ਜੋ ਲੈਫਟ ਸਾਈਡ ਤੇ ਤੁਸੀਂ ਪਿਕਚਰ ਦੇਖ ਰਹੇ ਹੋ ਤਾਂ ਆਪਾਂ ਨੂੰ ਲੱਗ ਰਿਹਾ ਕਿ ਮੀਥੇਨ ਦੀ ਜੋ ਸਟਰਕਚਰ ਹੈ ਉਹ ਇਸ ਤਰੀਕੇ ਨਾਲ ਹੋਏਗੀ, ਜਿਸ ਵਿੱਚ ਉਸ ਦਾ ਬੌਂਡ ਐਂਗਲ ਕਿੰਨਾ ਹੋਏਗਾ? 90 ਡਿਗਰੀ। ਬਟ ਅਕੋਰਡਿੰਗ ਟੂ ਵਸੈਪਰ ਥਿਊਰੀ ਮੀਨਸ ਜੋ ਇਲੈਕਟ੍ਰੋਨਸ ਨੇ ਇੱਕ ਦੂਸਰੇ ਤੋਂ ਮੈਕਸਿਮਮ ਦੂਰੀ ਤੇ ਰਹਿਣਾ ਚਾਹੁੰਦੇ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਅਰੇਂਜ ਕਰਦੇ ਹੈ ਅਕੋਰਡਿੰਗ ਟੂ ਦਾ ਰਾਈਟ ਡਾਇਗਰਾਮ। ਤਾਂ ਉਹਨਾਂ ਦੇ ਵਿੱਚ ਜਿਹੜਾ ਬੌਂਡ ਐਂਗਲ ਹੈ ਉਹ 90 ਡਿਗਰੀ ਦਾ ਨਾ ਹੋ ਕੇ ਕਿੰਨਾ ਹੋ ਜਾਏਗਾ ਬੇਟਾ? 109.5 ਡਿਗਰੀ। ਠੀਕ ਹੈ। ਔਰ ਇਸ ਪਰਟੀਕੂਲਰ ਅਰੇਂਜਮੈਂਟ ਨੂੰ ਵਸੈਪਰ ਥਿਊਰੀ ਦੇ ਅਕੋਰਡਿੰਗ ਕੀ ਨਾਮ ਦਿੱਤਾ ਗਿਆ ਬੇਟਾ? ਟੈਟਰਾਹੈਡਰਲ ਅਰੇਂਜਮੈਂਟ। ਠੀਕ ਹੈ ਜੀ। ਉਸ ਤੋਂ ਬਾਅਦ ਬੇਟੇ ਅਗਰ ਅਸੀਂ ਗੱਲ ਕਰੀਏ ਕਿ ਆਪਣੀ ਜੋ ਵਸੈਪਰ ਥਿਊਰੀ ਹੈ ਉਸ ਦੇ ਵਿੱਚ ਜਿਹੜਾ ਫਾਰਮੂਲਾ ਲਿਖਿਆ ਜਾਂਦਾ ਹੈ ਉਹ ਫਾਰਮੂਲਾ ਕੀ ਹੁੰਦਾ ਹੈ? ਮੋਨੋਸੈਂਟਰਿਕ ਮੋਲੀਕਿਊਲਸ। ਮੋਨੋਸੈਂਟਰਿਕ ਦਾ ਮਤਲਬ ਹੈ ਜਿਸ ਦੇ ਵਿੱਚ ਇੱਕ ਸੈਂਟਰਲ ਐਟਮ ਹੈ, ਫॉर ਐਗਜ਼ਾਮਪਲ ਉਹ A ਹੈ ਬੇਟਾ, ਉਸ ਦੇ ਅਰਾਊਂਡ ਜਿਹੜਾ X ਹੈ ਉਹ ਰਿਪਰੈਜ਼ੈਂਟ ਕਰ ਰਿਹਾ ਉਸ ਦੇ ਨਾਲ ਬੌਂਡਡ ਐਟਮਸ, ਔਰ ਜਿਹੜੀ E ਹੈ ਉਹ ਕੀ ਰਿਪਰੈਜ਼ੈਂਟ ਕਰ ਰਹੀ ਹੈ ਬੇਟਾ? presence of lone pair on the central atom only। ਬੇਟਾ ਲੋਨ ਪੇਅਰ ਹਮੇਸ਼ਾ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ? ਸਿਰਫ ਔਰ ਸਿਰਫ ਸੈਂਟਰਲ ਐਟਮ ਦੇ ਉੱਪਰ। ਠੀਕ ਹੈ ਬੇਟਾ। ਤਾਂ ਇਹਨੂੰ ਆਪਾਂ ਕਹਿੰਦੇ ਆ ਵਸੈਪਰ ਫਾਰਮੂਲਾ। ਹੁਣ ਦੇਖੋ ਬੇਟਾ ਮੋਲੀਕੂਲਰ ਜਿਓਮੈਟਰੀਜ਼ ਬੇਸਡ ਅਪਨ ਦਾ ਵਸੈਪਰ ਥਿਊਰੀ। ਤਾਂ ਵਸੈਪਰ ਥਿਊਰੀ ਦੇ ਅਕੋਰਡਿੰਗ ਬੇਟੇ ਜੋ ਆਪਾਂ ਵਸੈਪਰ ਫਾਰਮੂਲਾ ਲਿਖਦੇ ਹਾਂ ਕਿਸੇ ਮੋਲੀਕਿਊਲ ਦਾ, ਤਾਂ ਉਸ ਮੋਲੀਕਿਊਲ ਦੀ ਇੱਕ ਪਰਟੀਕੂਲਰ ਮੋਲੀਕੂਲਰ ਜਿਓਮੈਟਰੀ ਹੁੰਦੀ ਹੈ। ਔਰ ਇਹ ਤੁਹਾਡੇ ਸਾਹਮਣੇ ਇੱਕ ਚਾਰਟ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੈ ਬੇਟੇ, ਜਿਸ ਦੇ ਵਿੱਚ ਵਸੈਪਰ ਥਿਊਰੀ ਦੇ ਅਕੋਰਡਿੰਗ ਆਪਾਂ ਕੀ ਕਿਹਾ ਕਿ ਉਹਨਾਂ ਦੇ ਵਿੱਚ ਮੇਨਲੀ 6 ਟਾਈਪਸ ਆਫ ਮੋਲੀਕੂਲਰ ਜਿਓਮੈਟਰੀ ਦੇਖਣ ਨੂੰ ਆਪਾਂ ਨੂੰ ਮਿਲਦੀਆਂ ਨੇ। ਠੀਕ ਹੈ ਬੇਟਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਫਰਸਟ ਲੀਨੀਅਰ ਦਾ ਮਤਲਬ ਹੈ ਬੇਟਾ ਜਦੋਂ ਉਹਨਾਂ ਦੇ ਵਿੱਚ ਬੌਂਡ ਐਂਗਲ ਕਿੰਨਾ ਹੋਏਗਾ? 180 ਡਿਗਰੀ। ਔਰ ਇਸ ਦੇ ਵਿੱਚ ਜਿਹੜਾ ਸੈਂਟਰਲ ਐਟਮ ਹੈ ਬੇਟੇ ਉਹ ਦੋ ਐਟਮਸ ਦੇ ਨਾਲ ਬੌਂਡਡ ਹੋਏਗਾ, ਔਰ ਉਹਨਾਂ ਦੀਆਂ ਰਿਪਲਸ਼ਨਸ ਨੂੰ ਮਿਨੀਮਾਈਜ਼ ਕਰਨ ਲਈ ਉਹਨਾਂ ਦੇ ਵਿੱਚ ਬੌਂਡ ਐਂਗਲ ਕਿੰਨਾ ਹੋ ਜਾਏਗਾ?
180 डिग्री। ਹੁਣ ਦੇਖੋ ਬੇਟਾ ਇਸ ਚਾਰਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਸੈਂਟਰਲ ਐਟਮ ਹੈ ਉਸ ਦੇ ਉੱਪਰ ਕੋਈ ਵੀ ਲੋਨ ਪੇਅਰ ਨਹੀਂ ਹੋਏਗਾ। ਫॉर एग्जांपल ਜੇ ਅਸੀਂ BeCl2 ਦੀ ਗੱਲ ਕਰੀਏ ਦੈਟ ਇਜ਼ ਬੈਰੀਲੀਅਮ ਡਾਈਕਲੋਰਾਈਡ, ਤਾਂ ਉਸ ਦੇ ਵਿੱਚ ਸਾਨੂੰ ਇਹੀ ਅਰੇਂਜਮੈਂਟ ਦੇਖਣ ਨੂੰ ਮਿਲਦਾ ਦੈਟ ਇਜ਼ ਲੀਨੀਅਰ। ਉਸ ਤੋਂ ਬਾਅਦ ਜੋ ਨੈਕਸਟ ਜਮੈਟਰੀ ਹੈ ਉਹ ਕੀ ਹੈ ਬੇਟਾ, ਟ੍ਰਾਇਗਨਲ ਪਲੇਨਰ। ਹੁਣ ਟ੍ਰਾਇਗਨਲ ਤੋਂ ਬੇਟੇ ਸਾਨੂੰ ਕੀ ਆਈਡੀਆ ਲੱਗ ਰਿਹਾ ਕਿ ਜੋ ਬੌਂਡਿਡ ਐਟਮਸ ਨੇ ਉਹ ਸੈਂਟਰਲ ਐਟਮ ਦੇ ਅਰਾਊਂਡ ਇੱਕ ਟ੍ਰਾਇੰਗਲ ਦੀ ਫਾਰਮ ਦੇ ਵਿੱਚ ਆਪਣੇ ਆਪ ਨੂੰ ਅਰੇਂਜ ਕਰਨਗੇ। ਠੀਕ ਹੈ ਬੇਟੇ, ਹੁਣ ਇਹ ਜਿਹੜਾ ਟ੍ਰਾਇਗਨਲ ਪਲੇਨਰ ਹੈ ਬੇਟੇ ਇਹ ਫਰਦਰ ਦੋ ਤਰੀਕੇ ਨਾਲ ਬਣ ਸਕਦਾ ਹੈ। ਇੱਕ ਤਾਂ ਹੋ ਜਾਏਗਾ ਬੇਟੇ ਜਦੋਂ ਸੈਂਟਰਲ ਐਟਮ ਦੇ ਵਿੱਚ ਜਿੰਨੇ ਵੇਲੈਂਸ ਇਲੈਕਟ੍ਰੋਨ ਨੇ ਬੇਟੇ ਉਹ ਸਾਰੇ ਦੇ ਸਾਰੇ ਬੌਂਡਿੰਗ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ, ਕੋਈ ਵੀ ਇਲੈਕਟ੍ਰੋਨ ਉਸ ਦੇ ਵਿੱਚ ਲੋਨ ਪੇਅਰ ਨਹੀਂ ਬਚ ਰਿਹਾ, ਤਾਂ ਉਸ ਅਰੇਂਜਮੈਂਟ ਨੂੰ ਆਪਾਂ ਕੀ ਕਹਿੰਦੇ ਆ ਬੇਟਾ, ਟ੍ਰਾਇਗਨਲ ਪਲੇਨਰ। ਫॉर एग्जांपल BF3 दैट इज बोरॉन ट्राईफ्लोराइड। बट अगर बेटे किसी सैंट्रल एटम के उपर दो जिहड़े वैलेंस इलैक्ट्रॉन है वो बॉन्डिंग च यूज हो जान बट एक लोन पेयर बचे, तो उस टाइम ते असी इसनूं किस शेप का नाम देवांगे बेटा, बेंट शेप का। और बेंट शेप दे विच जो एंगल होएगा बेटा वो रैगूलर ट्रायगनल प्लेनर वाला नहीं होएगा, जिहड़ा कि हुंदा 120 डिग्री। जो ट्रायगनल प्लेनर है बेटे ਉਹਦੇ ਵਿੱਚ ਜਿਹੜਾ नॉर्मल बॉन्ड एंगल है वो कितना ਹੁੰਦਾ हमेशा 120 डिग्री। ਤਾਂ बेंट शेप ਦੇ ਵਿੱਚ ਜਿਹੜਾ एंगल है वो less than 120 डिग्री होएगा बिकॉज ऑफ द more repulsions between lone pair and बॉन्ड पेयर। इस तरीके नाल अगर असी गल करिए अगली ज्योमेट्री दी दैट इज टैट्राहेड्रल, तो टैट्रा वर्ड रिप्रेजेंट कर रहा है कि सेंट्रल एटम विल बी सराउंडेड बाय 4 बॉन्डेड एटम। जिवें कि आपां CH4 की गल कर चुके हैं बेटा, तो CH4 दे विच कार्बन की एक रैगूलर ज्योमेट्री है क्योंकि उसके चारों वैलेंस इलैक्ट्रॉन बॉन्ड्स दे विच इनवॉल्व हो जाते हैं विद हाइड्रोजन, और उन्हां दा एक नॉर्मल बॉन्ड एंगल हुंदा दैट इज 109.5 डिग्री। बट अगर असी गल करिए NH3 की, तो NH3 दे विच बेटे 5 वैलेंस इलैक्ट्रॉन्स हुंदे आ जिन्हां दे विच 3 इलैक्ट्रॉन इनवॉल्व हो रहे ने बॉन्डिंग विद हाइड्रोजन, बट जिहड़े 2 इलैक्ट्रॉन है वो प्रेजेंट ने एज अ लोन पेयर। तो ये जोड़ा एंगल है बेटा 109.5 डिग्री का नहीं होएगा, वो उस तो घट जाएगा। ठीक है, तो इस तरीके नाल वाटर दे विच आपां अगर गल करांगे तो ऑक्सीजन दे विच 6 वैलेंस इलैक्ट्रॉन ने जिन्हां दे विचों 2 बॉन्डिंग च इनवॉल्व हो जाएंगे और 2 की प्रेजेंट हो 2 की बन जाएंगे बेटे लोन पेयर्स। ठीक है, तो उस टाइम ते असीं इसनूं नाम देवांगे बेंट शेप दा और एंगल विल बी फर्दर रिड्यूस्ड फ्रॉम 109.5 डिग्री टू अप्रॉक्सीमेटली 104.5 डिग्री। इस तरीके नाल बेटे असीं ट्रायगनल बाई पिरामिडल की भी गल कर सकते हैं और ऑक्टाहेड्रल। ट्रायगनल बाई पिरामिडल दे विच जिहड़ा सेंट्रल एटम है नॉर्मली 5 बॉन्ड्स बना रहा हुंदा है रैगूलर ज्योमेट्री दे विच, और ऑक्टाहेड्रल की गल करिए तो उस विच सेंट्रल एटम है जिहड़ा बेटा 6 बॉन्ड्स बनांदा है विद द बॉन्डेड एटम्स। इस तरीके नाल बेटे जिहड़ियां चीज़ां मैं तुहानूं पहलां दस्सियां ने ये उही चीज़ां रिपीट हो रही ने। बैरीलीयम क्लोराइड, बैरीलीयम की वैलेंस शैल दे विच 2 इलैक्ट्रॉन ने और दोनों दे दोनों बॉन्डिंग दे विच इनवॉल्व ने विद क्लोरीन, सो द ज्योमेट्री इज लीनियर विद बॉन्ड एंगल 180 डिग्री। ठीक है, ये गल होगी CH4 या CCl4 सेम थिंग है बेटा, ज्योमेट्री टेट्राहेड्रल, बॉन्ड एंगल 109.5 डिग्री, इट इज़ अ रेगुलर ज्योमेट्री। सेम NH3 अगेन टेट्राहेड्रल बट नाउ इट इज़ डिस्टॉर्टेड बिकॉज इसका जोड़ा एंगल है वो रिड्यूस हो चुका है 109.5 तो 107 डिग्री दे विच। इस तरीके नाल वाटर दे विच फर्दर रिड्यूस हो जाएगा बिकॉज ऑफ द प्रेजेंस ऑफ 2 लोन पेयर्स ऑन ऑक्सीजन टू 104.5 डिग्री। ठीक है बेटा, तो ये शेप सीगियां बेटा बेस्ड अपॉन द वसैपर थ्योरी। उस तो बाद बेटा जो अपना अज का नैक्सट टॉपिक है दैट इज़ वेलेंस बॉन्ड थ्योरी ऑल्सो नोन एज VBT थ्योरी। ठीक है, ये बेटे जो बेसिक चीज़ है वो यही है कि अपने विच जदों कोई भी आपां कैमिस्ट्री की गल करिए जदों कोई भी मॉलीक्यूल बनता है तो उसदे विच जिहड़ी फॉर्मेशन है कोवलेंट बॉन्ड की अगर आप लैके चलीए तो दोनों बॉन्डेड एटम्स के जिहड़े ने वेलेंस ऑर्बिटल्स पार्टिसिपेट करते हैं, तो उन्हां दे विच ओवरलैपिंग हुंदी है। जिन्नी ओवरलैपिंग ज़्यादा हुंदी है बेटा कोवलेंट बॉन्ड स्ट्रोंग हुंदी है और वो मॉलीक्यूल ज़्यादा स्टेबल हुंदा है। ठीक है, ये भी आपां मेन वही चीज़ ध्यान रखनी है कि ये भी बेटे
ਸਿਰਫ ਜਿਹੜੇ ਇਲੈਕਟ੍ਰੋਨਸ ਨੇ ਜਿਹੜੇ ਵੇਲੈਂਸ ਸ਼ੈੱਲ ਦੇ ਵਿੱਚ ਅਨਪੇਅਰਡ ਫਾਰਮ ਦੇ ਵਿੱਚ ਨੇ ਉਹੀ ਪਾਰਟੀਸਿਪੇਟ ਕਰਦੇ ਨੇ, ਜਿਹੜੇ ਆਲਰੇਡੀ ਪੇਅਰਡ ਨੇ ਉਹ ਇਹਦੇ ਵਿੱਚ ਪਾਰਟੀਸਿਪੇਟ ਨਹੀਂ ਕਰਨਗੇ। ਤਾਂ ਕੋਵਲੈਂਟ ਬੌਂਡ ਕੀ ਹੁੰਦੀ ਹੈ ਬੇਟੇ, ਨੇਚਰ ਵਾਈਜ਼ ਡਾਇਰੈਕਸ਼ਨਲ। ਠੀਕ ਹੈ, ਹੁਣ ਬੇਸਡ ਅਪਨ ਦਾ ਪੈਟਰਨ ਆਫ ਓਵਰਲੈਪਿੰਗ देयर आर टू टाइप्स ऑफ कोवलेंट बॉन्ड्स, दैट इज सिग्मा बॉन्ड एंड पाई बॉन्ड। सिग्मा बॉन्ड बनती है बेटा ओवरलैपिंग अलोंग द एक्सिस एंड पाई बॉन्ड की फॉर्मेशन होंगी है बेटे बाय ओवरलैपिंग ऑफ एटॉमिक ऑर्बिटल परपेंडिकुलर टू द इंटरन्यूक्लियर एक्सिस। ते सिग्मा बॉन्ड हमेशा ज़्यादा स्टेबल होंगी है एज कंपेयर टू पाई बॉन्ड, बिकॉज सिग्मा बॉन्ड दे विच जिहड़ा एक्सटेंट ऑफ ओवरलैपिंग है बेटे वो पाई बॉन्ड के कंपैरिजन दे विच काफ़ी ज़्यादा होंदा है। ठीक है बेटा, उस तो बाद ये तुहानूं अपनी रिप्रजेंटेशन दिती गई है बेटे कि हाइड्रोजन के मॉलीक्यूल दे विच सिग्मा बॉन्ड की फॉर्मेशन किवें हुंदी है। हुण तुसीं जिवें डायग्राम क्लीयरली देख रहे हो कि दो हाइड्रोजन के एटम ने और दोनों कोल 1-1 इलैक्ट्रॉन है, दैट इज़ वैलेंस शेल कॉन्फिगरेशन की आ गई 1s1 1s1, बिकॉज दोनों इलैक्ट्रॉन्स की ने अनपेयर्ड, तो VBT के अकॉर्डिंग ये ओवरलैप करनगे, बॉन्डिंग दे विच पार्टिसिपेट करनगे। जदों बेटे ये दोनों एटम्स इकल्ले ने एक दूजे तो काफ़ी दूरी ते ने ते इन्हां दे विच कोई भी फोर्सिस ऑफ अट्रैक्शन नहीं लग रही, बट बेटे जदों ये एक दूजे नूं अप्रोच करते हैं और ओवरलैप कर जाते हैं तो तुसीं देख रहे हो जो सेंट्रल पोर्शन है कि रिप्रजेंट कर रहा है एक्सटेंट ऑफ ओवरलैपिंग। तो उस तो बाद हुण ये की बन जाता है H2 दा मॉलीक्यूल एक पर्टिकुलर डिस्टेंस ते आके बेटे जिथे इस सिस्टम दी पोटेंशियल एनर्जी मिनीमम हो जाती है और स्टेबिलिटी की है मैक्सिमम हो जाती है। तो हुण इस टाइम ते असी इन्हां नूं हाइड्रोजन दे एटम्स नहीं कवांगे, हुण ये की बन चुका है हाइड्रोजन दा मॉलीक्यूल और केरी बॉन्ड की फॉर्मेशन हुई है बेटे इहदे विच सिग्मा बॉन्ड की, बिकॉज जिहड़ी ओवरलैपिंग हो रही है वो कित्थे हो रही है अलोंग द इंटर न्यूक्लियर एक्सिस। ठीक है, तो इस करके जिहड़ी ये बॉन्ड है वो काफ़ी हद तक ही मन्नी जाएगी स्टेबल बॉन्ड। ठीक है जी, उस तो बाद बेटे एटॉमिक एंड मॉलिकुलर ऑर्बिटल्स ऑफ H एंड H2। हुण बेटे देखो जे असी इस डायग्राम की गल करिए तो एक लैफ्ट साइड ते तुहानूं 1s एटॉमिक ऑर्बिटल दिख रहा है, एक राइट साइड ते। तो ये जिहड़े दोनों एटॉमिक ऑर्बिटल्स ने H1 एंड H2 मीनस जिहड़े दो हाइड्रोजन एटम्स एक दूजे नूं अप्रोच करनगे फॉर द फॉर्मेशन ऑफ हाइड्रोजन मॉलीक्यूल। ठीक है, तो जदों इकल्ले ने तो नाम की है एटॉमिक ऑर्बिटल। हुण जदों बेटे एक दूसरे नूं अप्रोच करते हैं तो एक पर्टिकुलर डिस्टेंस ते आके इन्हां दे विच की हो जाती है ओवरलैपिंग, उन्हां दे विच बन जाती है बॉन्ड सिग्मा बॉन्ड, तो फिर असी उसनूं की नाम देना शुरू करते हैं सिग्मा बॉन्डिंग मॉलीक्यूलर ऑर्बिटल। हुण बेटे इहदे विच एक चीज़ ध्यान वाली है कि जेड़े जदों दो एटॉमिक ऑर्बिटल्स आपस दे विच कंबाइन करते हैं तो जिहड़े नवें ऑर्बिटल्स बननगे बेटे उन्हां नूं असीं कहना मॉलीकुलर ऑर्बिटल है, बट अगर दो एटॉमिक ऑर्बिटल्स कंबाइन कर रहे हैं तो साडे कोल दो ही मॉलीकुलर ऑर्बिटल बननगे। उन्हां दे विचों एक नूं कहा जाएगा बॉन्डिंग मॉलीकुलर ऑर्बिटल और दूसरे नूं एंटी बॉन्डिंग। हुण ਆਪਾਂ ਨੂੰ पता है कि एक ऑर्बिटल दे विच मैक्सिमम कितने इलैक्ट्रॉन्स आ सकते हैं, दो। तो दोनों दे दोनों इलैक्ट्रॉन्स कित्थे जाणगे बेटे बॉन्डिंग मॉलीकुलर ऑर्बिटल दे विच, और जिहड़ा इसदा एंटी बॉन्डिंग मॉलीकुलर ऑर्बिटल होएगा दैट विल बी कंप्लीटली वेकेंट। उस तो बाद बेटे इत्थों ही असी इसका कैलकुलेट कर सकते हैं बॉन्ड ऑर्डर। तो बेटे बॉन्ड ऑर्डर का फॉर्मूला की होंदा है, बॉन्ड ऑर्डर इज इक्वल टू 1/2 इंटू n माइनस n स्टार, वेयर n का मतलब है बेटे नंबर ऑफ इलैक्ट्रॉन्स इन बॉन्डिंग ऑर्बिटल्स एंड n स्टार का मतलब है नंबर ऑफ इलैक्ट्रॉन्स इन एंटी बॉन्डिंग ऑर्बिटल्स। तो असी जिवें पहले ही गल कर चुके हैं कि हाइड्रोजन के केस दे विच दोनों के दोनों इलैक्ट्रॉन कित्थे जाणगे बॉन्डिंग दे विच, तो इत्थे n की वैल्यू आ जाएगी 2 और n स्टार की वैल्यू की आ जाएगी 0,
ਤੇ ਇਸ ਤਰੀਕੇ ਨਾਲ ਆਪਾਂ ਜਦੋਂ ਇਸ ਦਾ ਬੌਂਡ ਆਰਡਰ ਕੈਲਕੂਲੇਟ ਕਰਾਂਗੇ that will be equal to 1। ਹੁਣ ਬੇਟੇ ਜਿਹੜਾ ਇੱਥੇ ਬੌਂਡ ਆਰਡਰ 1 ਹੈ ਉਹ ਕੀ ਰਿਪਰੈਜ਼ੈਂਟ ਕਰਦਾ ਹੈ ਕਿ ਹਾਈਡਰੋਜਨ ਦੇ ਮੋਲੀਕਿਊਲ ਦੇ ਵਿੱਚ ਜਿਹੜੇ ਦੋ ਹਾਈਡਰੋਜਨ ਐਟਮਸ ਨੇ ਉਹ ਆਪਸ ਦੇ ਵਿੱਚ ਇੱਕ ਸਿੰਗਲ ਸਿਗਮਾ ਬੌਂਡ ਦੇ ਨਾਲ ਜੁੜੇ ਹੋਏ ਨੇ। ਬੇਟੇ ਸਿਗਮਾ ਬੌਂਡ ਹਮੇਸ਼ਾ ਆਪਾਂ ਕੀ ਲੈਂਦੇ ਆ ਸਿੰਗਲ, ਜਿਹੜੀ ਪਹਿਲੀ ਬੌਂਡ ਬਣਦੀ ਆ ਉਹ ਕੀ ਹੁੰਦੀ ਆ ਸਿਗਮਾ ਬੌਂਡ। ਉਸ ਤੋਂ ਬਾਅਦ ਅਗਰ ਹੋਰ ਬੌਂਡਸ ਬਣਨਗੀਆਂ ਬੇਟੇ that will be ਪਾਈ ਬੌਂਡਸ ਇਨ ਨੇਚਰ, ਬਟ ਹਾਈਡਰੋਜਨ ਦੇ ਕੇਸ ਵਿੱਚ ਸਿਰਫ ਇੱਕ ਬੌਂਡ ਬਣਦੀ ਹੈ ਤੇ ਇਸ ਕਰਕੇ ਉਹ ਕੀ ਹੋਏਗੀ ਸਿਗਮਾ ਬੌਂਡ। ਔਰ ਅਗਰ ਕਿਸੇ ਵੀ ਮੋਲੀਕਿਊਲ ਦਾ ਬੌਂਡ ਆਰਡਰ ਗ੍ਰੇਟਰ ਦੈਨ 0 ਆ ਜਾਂਦਾ ਇਟ ਮੀਨਸ ਉਹ ਮੋਲੀਕਿਊਲ ਕੀ ਹੁੰਦਾ ਨੇ ਇਟ ਵਿਲ ਬੀ ਸਟੇਬਲ ਬਾਈ ਨੇਚਰ। ਠੀਕ ਹੈ ਬੇਟਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਬੇਟਾ ਹਾਈਡਰੋਜਨ ਦੇ ਮੋਲੀਕਿਊਲ ਦੀ ਫਾਰਮੇਸ਼ਨ ਕਿਉਂ ਹੋ ਰਹੀ ਹੈ ਤਾਂ VBT ਥਿਊਰੀ ਆਪਾਂ ਨੂੰ ਇੱਕ ਤਰੀਕਾ ਹੋਰ ਦੱਸਦੀ ਹੈ ਕਿ ਹਾਈਡਰੋਜਨ ਮੋਲੀਕਿਊਲ ਕਿਉਂ ਬਣਦਾ ਹੈ। ਹੁਣ ਦੇਖੋ ਬੇਟੇ ਜਿਹੜੀ ਇਸ ਡਾਇਗਰਾਮ ਦੇ ਵਿੱਚ ਆਪਾਂ ਨੇ ਦੋ ਹਾਈਡਰੋਜਨ ਐਟਮ ਸ਼ੋ ਕੀਤੇ ਔਰ ਦੋਨਾਂ ਦਾ ਇੱਕ ਇੱਕ ਇਲੈਕਟ੍ਰੋਨ ਹੈ। ਠੀਕ ਹੈ, ਆਪਾਂ ਯੂਜ਼ ਕੀਤਾ HA EA HB ਐਂਡ EB। ਹੁਣ ਬੇਟੇ ਜਦੋਂ ਇਹ ਦੋਨੋਂ ਐਟਮਸ ਇੱਕ ਦੂਸਰੇ ਤੋਂ ਦੂਰੀ ਤੇ ਨੇ ਤਾਂ ਇਹਨਾਂ ਦੇ ਵਿੱਚ ਫੋਰਸਿਸ ਆਫ ਅਟਰੈਕਸ਼ਨ ਲੱਗ ਰਹੀਆਂ ਨੇ ਬੇਟੇ ਆਲਰੇਡੀ HA ਐਂਡ EA ਔਰ HB ਐਂਡ EB। ਬਟ ਜਦੋਂ ਬੇਟੇ ਇਹ ਇੱਕ ਦੂਜੇ ਨੂੰ ਅਪਰੋਚ ਕਰਨਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ, ਤਾਂ ਫਿਰ ਬੇਟੇ ਦੋ ਨਵੀਆਂ ਅਟਰੈਕਟਿਵ ਫੋਰਸਿਸ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਿਟਵੀਨ HA ਐਂਡ EB, ਸਿਮਿਲਰਲੀ HB ਐਂਡ EA। ਤਾਂ ਕਿੰਨੀਆਂ ਨਵੀਆਂ ਫੋਰਸਿਸ ਲੱਗ ਰਹੀਆਂ ਨੇ ਬੇਟੇ ਦੋ ਨਵੀਆਂ ਫੋਰਸਿਸ ਲੱਗਣੀਆਂ ਸ਼ੁਰੂ ਹੋਈਆਂ ਔਰ ਇਹ ਜਿਹੜੀਆਂ ਫੋਰਸਿਸ ਨੇ ਕਿਹੜੀਆਂ ਫੋਰਸਿਸ ਨੇ ਫੋਰਸਿਸ ਆਫ ਅਟਰੈਕਸ਼ਨ। ਬਟ ਇਹਦੇ ਨਾਲ ਨਾਲ ਬੇਟੇ ਇਹਨਾਂ ਦੇ ਵਿੱਚ ਦੋ ਨਵੀਆਂ ਕੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਰਿਪਲਸਿਵ ਫੋਰਸਿਸ। ਉਹ ਕਿਹੜੀਆਂ ਹੋਣਗੇ ਬੇਟੇ ਫੋਰਸਿਸ ਬਿਟਵੀਨ EA ਐਂਡ EB ਐਂਡ ਫੋਰਸਿਸ ਬਿਟਵੀਨ HA ਐਂਡ HB। ਔਰ ਜਦੋਂ ਬੇਟੇ ਇਹਨਾਂ ਨੂੰ ਐਕਸਪੈਰੀਮੈਂਟਲੀ ਕੈਲਕੂਲੇਟ ਕੀਤਾ ਗਿਆ ਤਾਂ ਹਾਈਡਰੋਜਨ ਮੋਲੀਕਿਊਲ ਦੇ ਕੇਸ ਦੇ ਵਿੱਚ ਕੀ ਦੇਖਿਆ ਗਿਆ ਕਿ the magnitude of attractive forces are more than that of repulsive forces। ਤਾਂ ਬੇਟੇ ਦੇਖੋ ਅਟਰੈਕਟਿਵ ਫੋਰਸਿਸ ਦਾ ਮੈਗਨੀਟਿਊਡ ਜ਼ਿਆਦਾ ਹੈ ਰਿਪਲਸਿਵ ਫੋਰਸਿਸ ਨਾਲੋਂ, ਇਸ ਕਰਕੇ ਔਨ ਦੀ ਹੋਲ ਜਿਹੜਾ H2 ਮੋਲੀਕਿਊਲ ਹੈ ਉਹਦੀ ਫਾਰਮੇਸ਼ਨ ਹੋਏਗੀ ਬਿਕੋਜ਼ ਓਵਰਆਲ ਮੋਲੀਕਿਊਲ ਦੀ ਜੋ ਪੋਟੈਂਸ਼ੀਅਲ એનર્ਜੀ ਹੈ ਉਹ ਡਿਕਰੀਜ਼ ਕਰ ਰਹੀ ਹੈ। ਤਾਂ ਜਦੋਂ ਵੀ ਕਿਸੇ ਸਿਸਟਮ ਦੀ એનર્ਜੀ ਡਿਕਰੀਜ਼ ਕਰਦੀ ਹੈ ਤਾਂ ਇਟ ਮੀਨਸ ਉਹਦੀ ਸਟੇਬਿਲਿਟੀ ਕੀ ਹੈ ਇਨਕਰੀਜ਼ ਕਰਦੀ ਹੈ। ਇਸ ਕਰਕੇ H2 ਮੋਲੀਕਿਊਲ ਹੈ ਉਹ ਹਮੇਸ਼ਾ ਬਣੇਗਾ ਹੀ ਬਣੇਗਾ। ਠੀਕ ਹੈ ਬੇਟਾ। ਤਾਂ ਇਸ ਤਰੀਕੇ ਨਾਲ ਆਪਾਂ ਬੇਟੇ ਕਿਸੇ ਵੀ ਮੋਲੀਕਿਊਲ ਦੇ ਵਿੱਚ ਅਟਰੈਕਟਿਵ ਤੇ ਰਿਪਲਸਿਵ ਫੋਰਸਿਸ ਨੂੰ ਕੈਲਕੂਲੇਟ ਕਰਦੇ ਹੋਏ ਈਜ਼ੀਲੀ ਦੱਸ ਸਕਦੇ ਹਾਂ VBT ਦੀ ਹੈਲਪ ਦੇ ਨਾਲ ਕਿ ਉਸ ਮੋਲੀਕਿਊਲ ਦੀ ਫਾਰਮੇਸ਼ਨ ਹੋਏਗੀ ਕਿ ਨਹੀਂ ਹੋਏਗੀ। ਠੀਕ ਹੈ ਬੇਟਾ। ਤਾਂ ਇਹ ਸੀ ਬੇਟਾ ਤੁਹਾਡਾ ਅੱਜ ਦਾ ਜੋ ਟੌਪਿਕ। ਇਸ ਟੌਪਿਕ ਦੇ ਨਾਲ ਰਿਲੇਟਡ ਬੇਟਾ ਮੈਂ ਤੁਹਾਨੂੰ ਸਿਰਫ ਦੋ MCQ ਸੈੱਟ ਕੀਤੇ ਨੇ। ਫਰਸਟ MCQ ਹੈ what is the shape of PCl5 on the basis of Weissenberg theory। ਤਾਂ ਬੇਟਾ ਅਗਰ ਤੁਹਾਨੂੰ ਫਾਸਫੋਰਸ ਦੇ ਵੈਲੈਂਸ ਇਲੈਕਟ੍ਰੋਨ ਦੀ ਨੌਲੇਜ ਹੈ ਤਾਂ ਤੁਸੀਂ ਈਜ਼ੀਲੀ ਇਹਦਾ ਆਨਸਰ ਦੇ ਸਕਦੇ ਹੋ ਕਿ ਇਸ ਦੀ ਜਿਓਮੈਟਰੀ ਦਾ ਨੇਮ ਕੀ ਹੋਏਗਾ। ਸਿਮਿਲਰਲੀ ਅਗਰ ਆਪਾਂ VBT ਦੀ ਗੱਲ ਕਰੀਏ ਤਾਂ HE2 ਮੋਲੀਕਿਊਲ ਦੇ ਵਿੱਚ ਅਸੀਂ ਈਜ਼ੀਲੀ ਕੈਲਕੂਲੇਟ ਕਰ ਸਕਦੇ ਹਾਂ ਕਿ ਬੇਟਾ ਉਸ ਦਾ ਬੌਂਡ ਆਰਡਰ ਕਿੰਨਾ ਹੋਏਗਾ। ਠੀਕ ਹੈ ਬੇਟਾ। ਸੋ ਦਿਸ ਇਜ਼ ਆਲ ਅਬਾਊਟ ਵਸੈਪਰ ਥਿਊਰੀ ਐਂਡ VBT ਥਿਊਰੀ ਔਰ ਮੈਨੂੰ ਹੋਪ ਹੈ ਬੇਟੇ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਏਗਾ। ਥੈਂਕ ਯੂ ਐਵਰੀਵਨ।